ਉਸ ਦਾ ਜਿਹੜਾ ਵਿਸ਼ਾ ਆ ਉਹ ਹੈ ਕਿ ਸਾਡਾ ਪ੍ਰਭੂ ਯੋਗ ਆ। He is able. Our God is able. ਸਾਡਾ ਪ੍ਰਭੂ ਸਿਰਫ ਇੱਕ ਚੀਜ਼ ਮੰਗਦਾ ਉਹ ਸਾਡੇ ਕੋਲੋਂ ਕਿ ਕੀ ਤੂੰ ਮੇਰੇ ਤੇ ਵਿਸ਼ਵਾਸ ਕਰਦਾ ਆ ਕਿ ਨਹੀਂ। ਉਹ ਸਾਡੇ ਮੂਹਰੇ ਆਪਣੀ ਲਿਸਟ ਰੱਖ ਕੇ ਨਹੀਂ ਬਹਿ ਜਾਂਦਾ। ਜੇ ਸਾਨੂੰ ਸਾਡਿਆਂ ਕਰਮਾਂ ਜਾਂ ਧਰਮਾਂ ਦੇ ਬਾਰੇ ਦੱਸਣ ਨਹੀਂ ਲੱਗ ਪੈਂਦਾ ਕਿ ਇਹ ਤੇਰੀ ਨੀਤੀ ਦੇ ਵਿੱਚ ਲਿਖਿਆ ਆ, ਇਹ ਤੇਰੀ ਕਿਸਮਤ ਦੇ ਵਿੱਚ ਲਿਖਿਆ ਆ। ਪ੍ਰਭੂ ਯਿਸੂ ਇਸ ਤਰ੍ਹਾਂ ਕੰਮ ਨਹੀਂ ਕਰਦਾ। ਪ੍ਰਭੂ ਯਿਸੂ ਸਿਰਫ ਇਸ ਇੱਕ ਤਰੀਕੇ ਦੇ ਨਾਲ ਕੰਮ ਕਰਦਾ ਕਿ ਕੀ ਮੈਂ ਉਸ ਦੇ ਉੱਤੇ ਆਪਣਾ ਭਰੋਸਾ ਰੱਖਦਾ ਜਾਂ ਨਹੀਂ ਰੱਖਦਾ। ਕੀ ਮੇਰਾ ਯਕੀਨ ਪ੍ਰਭੂ ਦੇ ਵਿੱਚ ਹੈ ਕਿ ਮੇਰਾ ਪ੍ਰਭੂ ਕਰੇਗਾ? ਕੀ ਮੇਰਾ ਯਕੀਨ ਹੈ ਕਿ ਮਾਈ ਗॉड ਇਜ਼ ਏਬਲ? ਜਿਸ ਤਰ੍ਹਾਂ ਸਾਡੇ ਭਰਾ ਨੇ ਪੜ੍ਹਿਆ, ਬੜੀ ਵੱਡੀ ਉਸ ਵੇਲੇ ਮੁਸੀਬਤ ਸੀ। ਲੋਕ ਪ੍ਰਭੂ ਨੂੰ ਮਿਹਣੇ ਮਾਰਦੇ ਪਏ ਸੀ ਕਿ ਜਦੋਂ ਅਸੀਂ ਈਜਿਪਟ ਦੇ ਵਿੱਚ ਹੁੰਦੇ ਸੀ, ਜਦੋਂ ਅਸੀਂ ਮਿਸਰ ਦੇ ਵਿੱਚ ਹੁੰਦੇ ਸੀ, ਥਾਲੀਆਂ ਭਰ ਭਰ ਕੇ ਮੀਟ ਦੀਆਂ ਖਾਂਦੇ ਹੁੰਦੇ ਸੀ, ਗੰਢੇ ਖਾਂਦੇ ਹੁੰਦੇ ਸੀ, ਲਸਣ ਖਾਂਦੇ ਹੁੰਦੇ ਸੀ। ਤੂੰ ਸਾਨੂੰ ਉਜਾੜ ਦੇ ਵਿੱਚ ਲੈ ਆਇਆ। ਔਰ ਪ੍ਰਭੂ ਨੇ ਉਸ ਨੂੰ ਕਿਹਾ ਕਿ ਮੈਂ ਇਹਨਾਂ ਨੂੰ ਮਾਸ ਦਊਂਗਾ। ਇਹ ਮਾਸ ਖਾਣਾ ਮੰਗਦੇ, ਇਹਨਾਂ ਨੂੰ ਮੈਂ ਇੰਨਾ ਮਾਸ ਦਊਂਗਾ ਕਿ ਇਹਨਾਂ ਦੇ ਨੱਕਾਂ, ਇਹਨਾਂ ਦੀਆਂ ਨਾਸਾਂ ਦੇ ਵਿੱਚ ਦੀ ਮਾਸ ਨਿਕਲੂਗਾ। ਉਹ ਕਹਿੰਦਾ ਤੂੰ ਮਾਸ ਕਿੱਥੋਂ ਦੇਂਗਾ? ਅਸੀਂ ਉਜਾੜ ਬਿਆਬਾਨ ਦੇ ਵਿੱਚ ਬੈਠੇ। ਅਗਰ ਤੁਸੀਂ ਉਸ ਇਲਾਕੇ ਨੂੰ ਦੇਖੋ ਜਿੱਥੇ ਉਹ ਹੈਗੇ ਆ ਇਸ ਵੇਲੇ, ਉੱਥੇ ਕੁਛ ਨਹੀਂ, ਦਰਖਤ ਵੀ ਨਹੀਂ ਦਿਸਦਾ ਦੂਰ ਦੂਰ ਤਾਈਂ, ਰੇਤ ਹੀ ਰੇਤ ਆ। ਉਹ ਕਹਿੰਦਾ ਕਿੱਥੋਂ ਤੂੰ ਮਾਸ ਦੇਂਗਾ? ਇਹ ਲੋਕ 6 ਲੱਖ ਲੋਕ ਆ ਮੇਰੇ ਨਾਲ, ਅਸੀਂ ਸਾਰਾ ਆਪਣਾ ਇੱਜੜ ਵੱਢ ਕੇ ਖਾਵਾਂਗੇ? ਜਾਂ ਤੂੰ ਸਮੁੰਦਰ ਦੀਆਂ ਮੱਛੀਆਂ, ਤਾਂ ਸਮੁੰਦਰ ਦੀਆਂ ਮੱਛੀਆਂ ਇੱਕ ਦਿਨ 'ਚ ਖਾ ਜਾਣਗੇ, ਇੰਨੇ ਲੋਕ ਆਏ, ਤੂੰ ਕਿੱਥੋਂ ਦੇਂਗਾ? ਪ੍ਰਭੂ ਦਾ ਵਚਨ ਦੱਸਦਾ ਉਹਨੇ ਪੁਰੇ ਦੀ ਹਵਾ ਵਗਾਈ ਤੇ ਉਧਰੋਂ ਤਿੱਤਰ ਲੈ ਕੇ ਆਇਆ। ਤਿੱਤਰ ਦਾ ਮਾਸ ਸਾਰੇ ਜਿੰਨਾ ਵੀ ਜਾਨਵਰ ਆ, ਅਸੀਂ ਚਿਕਨ ਖਾਣਾ ਗਿੱਝ ਗਏ ਹਾਂ, ਪਰ ਜਿਹੜਾ ਤਿੱਤਰ ਦਾ ਮਾਸ ਆ ਨਾ, ਉਹ ਕਿਸੇ ਸ਼ਿਕਾਰੀ ਨੂੰ ਪੁੱਛ ਕੇ ਦੇਖਿਓ ਕਿ ਮਾਸ ਕਿਹੜਾ ਖਾਈਦਾ, ਉਹ ਤੁਹਾਨੂੰ ਕਹੂਗਾ ਤਿੱਤਰ ਦਾ ਮਾਸ ਖਾ ਕੇ ਦੇਖੋ। ਸਭ ਤੋਂ ਉੱਤਮ ਮਾਸ ਉਹਨਾਂ ਦੇ ਲਈ ਲੈ ਕੇ ਆਇਆ। ਔਰ ਉਹਨਾਂ ਦੀ ਭੁੱਖ ਪ੍ਰਭੂ ਨੇ ਇੰਨੀ ਜ਼ਿਆਦਾ ਵਧਾ ਦਿੱਤੀ ਕਿ ਉਹ ਖਾਈ ਜਾਂਦੇ ਆ, ਖਾਈ ਜਾਂਦੇ ਆ, ਖਾਈ ਜਾਂਦੇ। ਅੰਤ ਉਹਨਾਂ ਦੀਆਂ ਨਾਸਾਂ ਦੇ ਵਿੱਚ ਦੀ ਉਹ ਨਿਕਲਦਾ ਪਿਆ ਕਿ ਲਓ ਰੱਜ ਕੇ ਖਾ ਲਓ। ਪਰ ਮੂਸਾ ਦੇ ਲਈ ਸਿਰਫ ਇੱਕੋ ਹੀ ਚੀਜ਼ ਸੀ ਕਿ ਕੀ ਉਹ ਪ੍ਰਭੂ ਦਾ ਯਕੀਨ ਕਰਦਾ ਕਿ ਨਹੀਂ। ਦੱਸ ਕੀ ਤੂੰ ਪ੍ਰਭੂ ਦਾ ਯਕੀਨ ਕਰਦਾ ਕਿ ਨਹੀਂ। ਅੱਜ ਜਿਸ ਕਥਾ ਦੇ ਵਿੱਚ ਅਸੀਂ ਜਾ ਰਹੇ ਹਾਂ, ਜਿਸ ਕਥਾ ਦੇ ਵਿੱਚ ਦੀ ਅਸੀਂ ਗੁਜ਼ਰਾਂਗੇ, ਇਹ ਡੈਨੀਅਲ ਦਾ ਚੈਪਟਰ 3 ਆ। ਡੈਨੀਅਲ ਨਬੀ ਦਾ 3 ਭਾਵ ਆ, ਉਸ ਦੇ ਵਿੱਚ ਦੀ ਅੱਜ ਅਸੀਂ ਗੁਜ਼ਰਾਂਗੇ। ਔਰ ਉਹਦੇ ਵਿੱਚ ਦੀ ਤੁਸੀਂ ਦੇਖੋਗੇ ਕਿ ਸਿਰਫ ਇੱਕੋ ਹੀ ਚੀਜ਼ ਦੇ ਉੱਤੇ ਸਾਰੀ ਆ ਕਿ ਕੀ ਪ੍ਰਭੂ ਦੇ ਉੱਤੇ ਯਕੀਨ ਇਹ ਕੀਤਾ ਜਾ ਕਰਦੇ ਆ ਕਿ ਨਹੀਂ ਕਿ ਸਾਡਾ ਪ੍ਰਭੂ ਏਬਲ ਆ, ਸਾਡਾ ਪ੍ਰਭੂ ਇਸ ਦੇ ਯੋਗ ਆ ਕਿ ਨਹੀਂ। ਦੱਸ, ਅਸੀਂ ਮਸੀਹੀ ਜ਼ਿੰਦਗੀ ਜੀਣਾ ਮੰਗਦੇ ਹਾਂ, ਔਰ ਕਈ ਵਾਰ ਜਿਹੜੀ ਸਾਡੀ ਸਿਚੁਏਸ਼ਨ ਇਸ ਤਰ੍ਹਾਂ ਦੀ ਆ ਜਾਂਦੀ ਆ ਕਿ ਸਾਨੂੰ ਆਖਰੀ ਮਿੰਟ ਤੱਕ ਕੱਖ ਨਹੀਂ ਪਤਾ ਹੁੰਦਾ ਕਿ ਇਹ ਹੋਏਗਾ ਕਿ ਨਹੀਂ। ਲੇਕਿਨ ਉਹ ਆਖਰੀ ਮਿੰਟ ਤੱਕ ਸਾਨੂੰ, ਅਗਰ ਅਸੀਂ ਇਸ ਚੀਜ਼ ਦਾ ਯਕੀਨ ਰੱਖਦੇ ਹਾਂ ਕਿ ਮਾਈ ਗॉड ਇਜ਼ ਏਬਲ, ਅਸੀਂ ਇੱਧਰਲੀਆਂ ਉੱਧਰਲੀਆਂ ਚੀਜ਼ਾਂ ਦਾ ਸਹਾਰਾ ਨਹੀਂ ਲੈਂਦੇ, ਤਾਂ ਪ੍ਰਭੂ ਫਿਰ ਆਪਣਾ ਕੰਮ ਕਰਦਾ ਔਰ ਆਪਣੇ ਤਰੀਕੇ ਨਾਲ ਕੰਮ ਕਰਦਾ, ਔਰ ਐਸਾ ਕੰਮ ਕਰਦਾ ਕਿ ਉਹ ਦੁਨੀਆ ਦੇ ਲਈ ਇੱਕ ਉਦਾਹਰਨ ਬਣ ਜਾਂਦਾ। ਪਿਛਲੇ ਜਦੋਂ ਤੋਂ ਪ੍ਰਭੂ ਨੇ ਆਪਣੇ ਲੋਕਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਹੀ ਨੈਵਰ ਮਿਸਡ ਅ ਮਾਰਕ। He is never late, but he is never early either.
ਬਿਲਕੁਲ ਸਮੇਂ ਸਿਰ ਪ੍ਰਭੂ ਆਪਣਾ ਕੰਮ ਕਰਦਾ। ਔਰ ਜਿਸ ਲਈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਮੁੜ ਕੇ ਦੇਖੀਏ ਤਾਂ ਤੁਸੀਂ ਇਹ ਕਹੋਗੇ ਕਿ ਯੂ ਨੋ ਵਟ, ਪ੍ਰਭੂ ਨੇ ਬਿਲਕੁਲ ਸਮੇਂ ਸਿਰ ਕੰਮ ਕੀਤਾ। ਜੇ ਉਸ ਤੋਂ ਪਹਿਲਾਂ ਕਰ ਦਿੰਦਾ ਤਾਂ ਵੀ ਠੀਕ ਨਹੀਂ ਸੀਗਾ, ਜੇ ਉਸ ਤੋਂ ਬਾਅਦ ਕਰਦਾ ਤਾਂ ਵੀ ਠੀਕ ਨਹੀਂ ਸੀ। ਬਿਲਕੁਲ ਸਮੇਂ ਸਿਰ ਕੰਮ ਕਰਦਾ ਪ੍ਰਭੂ, ਬਿਲਕੁਲ ਸਮੇਂ ਸਿਰ ਕੰਮ ਕਰਦਾ। ਆਓ ਇਸ ਕਥਾ ਦੇ ਵਿੱਚੋਂ ਦੀ ਗੁਜ਼ਰੀਏ ਔਰ ਦੇਖੀਏ ਕਿ ਪ੍ਰਭੂ ਸਾਡਾ ਕਿਸ ਤਰ੍ਹਾਂ ਆਪਣਾ ਕੰਮ ਕਰਦਾ ਔਰ ਸਾਨੂੰ ਉਹ ਕੀ ਕਰਨ ਦੇ ਲਈ ਕਹਿੰਦਾ। ਰਾਜਾ ਨਬੂਕਦਨਸਰ ਨੇ ਇੱਕ ਸੋਨੇ ਦਾ ਬੁੱਤ ਬਣਾਇਆ ਜਿਸ ਦੀ ਉਚਾਈ 27 ਮੀਟਰ ਅਤੇ ਚੌੜਾਈ ਲਗਭਗ 3 ਮੀਟਰ ਸੀ ਅਤੇ ਇਹ ਬੁੱਤ ਉਸਨੇ ਬਾਬਲ ਸੂਬੇ ਦੇ ਇੱਕ ਦੁਰਾ ਨਾਂ ਦੇ ਮੈਦਾਨ ਦੇ ਵਿੱਚ ਖੜਾ ਕਰ ਦਿੱਤਾ। ਤਦ ਰਾਜਾ ਨੇ ਆਪਣੇ ਸਭ ਅਧਿਕਾਰੀਆਂ ਨੂੰ ਇਕੱਠੇ ਹੋਣ ਦੇ ਲਈ ਹੁਕਮ ਦਿੱਤਾ। ਰਾਜਕੁਮਾਰਾਂ, ਦਰਬਾਰੀਆਂ, ਭੰਡਾਰੀਆਂ, ਸਲਾਹਕਾਰਾਂ, ਸੈਨਾਪਤੀਆਂ ਅਤੇ ਬਾਕੀ ਅਧਿਕਾਰੀਆਂ ਨੂੰ ਕਿ ਉਹ ਆ ਕੇ ਉਸ ਬੁੱਤ ਦੀ ਸਥਾਪਨ ਸਭਾ ਦੇ ਵਿੱਚ ਹਿੱਸਾ ਲੈਣ ਜੋ ਰਾਜਾ ਨਬੂਕਦਨਸਰ ਨੇ ਬਣਾਇਆ ਹੈ। ਜਦੋਂ ਇਹ ਸਭ ਅਧਿਕਾਰੀ ਆ ਕੇ ਉਸ ਬੁੱਤ ਦੇ ਸਾਹਮਣੇ ਖੜੇ ਹੋ ਗਏ ਤਾਂ ਇਹ ਸੰਦੇਸ਼ਵਾਹਕ ਨੇ ਕਿਹਾ ਕਿ ਸਭ ਕੌਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕੋ, ਜਦੋਂ ਤੁਸੀਂ ਬਿਗਲ ਦੀ ਆਵਾਜ਼ ਤੇ ਬਾਕੀ ਦੀ ਬੰਸਰੀ, ਬਰਬਤ, ਬੀਣਾ, ਸਰੰਗੀ, ਸਿਤਾਰ ਅਤੇ ਬੀਨ ਆਦਿ ਸਾਜ਼ਾਂ ਦੀ ਆਵਾਜ਼ ਸੁਣੋ ਤਾਂ ਤੁਸੀਂ ਸਭ ਰਾਜਾ ਨਬੂਕਦਨਸਰ ਦੇ ਬਣਾਏ ਇਸ ਬੁੱਤ ਦੇ ਅੱਗੇ ਨਿਉ ਕੇ ਇਸ ਦੀ ਪੂਜਾ ਕਰਨਾ। ਜੋ ਕੋਈ ਨਿਉ ਕੇ ਇਸ ਬੁੱਤ ਦੀ ਪੂਜਾ ਨਹੀਂ ਕਰੇਗਾ ਉਹ ਬਲ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਇਸ ਲਈ ਜਦੋਂ ਸਭ ਕੌਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੇ ਸਭ ਸਾਜ਼ਾਂ ਦੀ ਆਵਾਜ਼ ਸੁਣੀ ਤਾਂ ਉਹਨਾਂ ਸਭ ਨੇ ਨਿਉ ਕੇ ਰਾਜਾ ਨਬੂਕਦਨਸਰ ਦੁਆਰਾ ਬਣਾਏ ਗਏ ਬੁੱਤ ਦੀ ਪੂਜਾ ਕੀਤੀ। ਤਦ ਉਸ ਸਮੇਂ ਬਾਬਲ ਦੇ ਕੁਝ ਲੋਕਾਂ ਨੇ ਯਹੂਦੀਆਂ ਦਾ ਅਪਮਾਨ ਕਰਨਾ ਚਾਹਿਆ। ਉਹਨਾਂ ਨੇ ਰਾਜਾ ਨਬੂਕਦਨਸਰ ਨੂੰ ਕਿਹਾ ਕਿ ਮਹਾਰਾਜ ਦੀ ਲੰਮੀ ਉਮਰ ਹੋਵੇ। ਮਹਾਰਾਜ ਨੇ ਇਹ ਹੁਕਮ ਦਿੱਤਾ ਹੈ ਕਿ ਸਾਜ਼ਾਂ ਦੇ ਸ਼ੁਰੂ ਹੋਣ ਤੇ ਤੁਸੀਂ ਹਰ ਕੋਈ ਨਿਉ ਕੇ ਬੁੱਤ ਦੀ ਪੂਜਾ ਕਰੇ ਅਤੇ ਜੋ ਕੋਈ ਰਾਜਾ ਦੇ ਹੁਕਮ ਦੀ ਉਲੰਘਣਾ ਕਰੇਗਾ ਉਸ ਨੂੰ ਬਲ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਪਰ ਇੱਥੇ ਕੁਝ ਯਹੂਦੀ ਸਦਰਕ, ਮੇਸ਼ਕ ਅਤੇ ਅਬਦਨਗੋ ਹਨ ਜੋ ਮਹਾਰਾਜ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਉਹ ਤੁਹਾਡੇ ਦੇਵਤੇ ਦੀ ਨਾ ਤਾਂ ਪੂਜਾ ਕਰਦੇ ਹਨ ਅਤੇ ਨਾ ਤੁਹਾਡੇ ਬਣਾਏ ਸੋਨੇ ਦੇ ਬੁੱਤ ਦੇ ਅੱਗੇ ਮੱਥਾ ਟੇਕਦੇ ਹਨ। ਇਹ ਸੁਣ ਕੇ ਰਾਜਾ ਗੁੱਸੇ ਦੇ ਨਾਲ ਭਰ ਗਿਆ ਅਤੇ ਉਸਨੇ ਉਹਨਾਂ ਤਿੰਨਾਂ ਨੂੰ ਪੇਸ਼ ਕਰਨ ਦੀ ਆਗਿਆ ਦਿੱਤੀ। ਰਾਜਾ ਨੇ ਉਹਨਾਂ ਤਿੰਨਾਂ ਤੋਂ ਪੁੱਛਿਆ, ਹੇ ਸਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਪੂਜਾ ਕਰਨ ਅਤੇ ਮੇਰੇ ਬਣਾਏ ਸੋਨੇ ਦੇ ਬੁੱਤ ਨੂੰ ਮੱਥਾ ਟੇਕਣ ਤੋਂ ਇਨਕਾਰ ਕੀਤਾ ਹੈ? ਸੋ ਹੁਣ ਜਦੋਂ ਇਹਨਾਂ ਸਭ ਸਾਜ਼ਾਂ, ਬਿਗਲ, ਬਾਂਸਰੀ, ਬਰਬਤ, ਸਾਰੰਗੀ, ਬੀਨ ਦੀ ਆਵਾਜ਼ ਸੁਣੋ ਤਾਂ ਤੁਰੰਤ ਮੇਰੇ ਬਣਾਏ ਬੁੱਤ ਦੇ ਅੱਗੇ ਨਿਉ ਕੇ ਉਸ ਦੀ ਪੂਜਾ ਕਰਨਾ। ਜੇਕਰ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਤੁਰੰਤ ਅੱਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਕੀ ਤੁਸੀਂ ਸੋਚਦੇ ਹੋ ਕਿ ਤੁਹਾਡਾ ਕੋਈ ਦੇਵਤਾ ਤੁਹਾਨੂੰ ਮੇਰੇ ਹੱਥੋਂ ਬਚਾ ਦੇਵੇਗਾ? ਬਚਾ ਸਕੇਗਾ? ਅੱਛਾ, ਇੱਕ ਆਇਤ ਮਿਸ ਹੋ ਗਈ। ਪਰਮੇਸ਼ਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ, ਜੇਕਰ ਉਹ ਬਲ ਦੀ ਭੱਠੀ ਦੇ ਵਿੱਚੋਂ ਤੁਹਾਡੀ ਸ਼ਕਤੀ ਦੇ ਬਚਾਉਣ ਦੇ ਯੋਗ ਹੈ ਤਾਂ ਜ਼ਰੂਰ ਬਚਾਵੇਗਾ। ਪਰ ਜੇਕਰ ਉਹ ਸਾਨੂੰ ਨਾ ਬਚਾਵੇਗਾ ਤਾਂ ਵੀ ਅਸੀਂ ਤੁਹਾਡੇ ਦੇਵਤੇ ਦੀ ਪੂਜਾ ਨਹੀਂ ਕਰਾਂਗੇ ਅਤੇ ਨਾ ਹੀ ਤੁਹਾਡੇ ਬਣਾਏ ਬੁੱਤ ਦੇ ਅੱਗੇ ਮੱਥਾ ਟੇਕਾਂਗੇ। ਨਾ, ਇਸ ਰਾਜਾ ਨੂੰ ਇੱਕ ਸੁਪਨਾ ਆਇਆ। ਸੁਪਨੇ ਦੇ ਵਿੱਚ ਇਸਨੇ ਦੇਖਿਆ ਕਿ
ਇੱਕ ਬਹੁਤ ਵੱਡਾ ਬੁੱਤ ਆ, ਔਰ ਉਹ ਬੁੱਤ ਉੱਪਰੋਂ ਸੋਨੇ ਦਾ, ਫਿਰ ਚਾਂਦੀ ਦਾ, ਫਿਰ ਲੋਹੇ ਦਾ, ਫਿਰ ਮਿਲੀਆਂ ਧਾਤਾਂ ਦਾ ਪੈਰ ਆ। ਔਰ ਫਿਰ ਉਸਨੇ ਦੇਖਿਆ ਕਿ ਸਵਰਗ ਦੇ ਵਿੱਚੋਂ ਇੱਕ ਚੱਟਾਨ ਆਈ, ਉਹ ਚੱਟਾਨ ਉਸ ਬੁੱਤ ਦੇ ਨਾਲ ਟਕਰਾਈ ਤਾਂ ਬੁੱਤ ਚੂਰ ਚੂਰ ਹੋ ਗਿਆ। ਰਾਜਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ, ਔਰ ਉਸਨੇ ਪੁੱਛਿਆ ਕਿ ਇਹਦਾ ਕੀ ਮਤਲਬ ਆ। ਉਸਦੇ ਸ਼ਹਿਰ ਦੇ ਵਿੱਚ, ਉਸਦੇ ਰਾਜ ਦੇ ਵਿੱਚ ਜੋ ਉਸਦਾ ਮੰਤਰੀ ਸੀਗਾ, ਉਹ ਪ੍ਰਭੂ ਦਾ ਨਬੀ ਸੀਗਾ, ਉਸਨੇ ਉਸਨੂੰ ਦੱਸਿਆ ਕਿ ਇਹ ਬੁੱਤ ਦੇ ਨਾਲ ਪ੍ਰਭੂ ਤੁਹਾਨੂੰ ਦੱਸਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ। ਉਸਨੇ ਕਿਹਾ, ਹੇ ਰਾਜਾ, ਜਿਹੜਾ ਉਹ ਸੋਨੇ ਦਾ ਹਿੱਸਾ ਆ ਉਹ ਤੇਰਾ ਰਾਜ ਆ। ਤੇਰਾ ਰਾਜ ਇਸ ਸਾਰੇ ਇਲਾਕੇ ਦੇ ਵਿੱਚ ਛਾਇਆ ਰਹੇਗਾ ਸੋਨੇ ਦੀ ਤਰ੍ਹਾਂ। ਅਗਲਾ ਜਿਹੜਾ ਰਾਜਾ ਆਏਗਾ ਉਹ ਉਸ ਦੇ ਬਾਰੇ ਦੱਸਿਆ, ਤੈਨੂੰ ਦੱਸਿਆ ਗਿਆ ਕਿ ਉਹ ਚਾਂਦੀ ਦਾ ਜਿਹੜਾ ਹਿੱਸਾ ਉਹ ਹੋਵੇਗਾ। ਉਸ ਤੋਂ ਜਿਹੜਾ ਅਗਲਾ ਆਉਣ ਵਾਲਾ ਉਹ ਲੋਹੇ ਦਾ ਜਿਹੜਾ ਤੂੰ ਹਿੱਸੇ ਦੇਖਿਆ ਉਹ ਹੋਏਗਾ। ਉਹ ਕਰਪਟ ਹੋਣਗੇ, ਉਹ ਲੋਕਾਂ ਦੀ ਜ਼ਿੰਦਗੀ ਨੂੰ ਦਾ ਨਾਸ਼ ਕਰਨਗੇ। ਲੇਕਿਨ ਆਖਰੀ ਜੋ ਤੂੰ ਪੈਰਾਂ ਦੇ ਵਿੱਚ ਦੇਖਿਓ, ਮਿਲਿਆ ਜੁਲਿਆ ਰਾਜਾਂ ਦਾ ਇੱਕ ਕਪੜਾ ਜਿਹਾ ਹੋਏਗਾ, ਔਰ ਫਿਰ ਪ੍ਰਭੂ ਆਏਗਾ ਔਰ ਸਭ ਕੁਛ ਨੂੰ ਸਾਫ਼ ਕਰ ਦੇਵੇਗਾ। ਉਹ ਰਾਜਾ ਨੇ ਬਾਕੀ ਦੀਆਂ ਗੱਲਾਂ ਤਾਂ ਸੁਣੀਆਂ ਨਹੀਂ, ਉਹਦੇ ਦਿਮਾਗ 'ਚ ਇਹ ਚੀਜ਼ ਬਹਿ ਗਈ ਕਿ ਜਿਹੜਾ ਉੱਪਰਲਾ ਸੋਨੇ ਦਾ ਰਾਜਾ ਉਹ ਮੈਂ। ਮੁਸੀਬਤ ਇਨਸਾਨ ਦੀ ਸਭ ਤੋਂ ਵੱਡੀ ਇਹ ਹੈ, ਉਹ ਹੈ ਮੈਂ। ਹਰੇਕ ਬੰਦਾ ਉਸ ਮੈਂ ਦੀ ਪੂਜਾ ਕਰਵਾਉਣੀ ਮੰਗਦਾ। ਅਗਰ ਮਾੜੀ ਜੀ ਇਨਸਾਨ ਦੇ ਅੰਦਰ ਤਾਕਤ ਆ ਜਾਵੇ ਤਾਂ ਉਸ ਤਾਕਤ ਨੂੰ ਯੂਜ਼ ਕਰਨ ਦੀ ਬਜਾਏ, ਉਸ ਨੂੰ ਵਰਤਣ ਦੀ ਬਜਾਏ ਉਸ ਦਾ ਕੁਵਰਤਣ ਜ਼ਰੂਰ ਕਰਦਾ, ਉਸ ਨੂੰ ਯੂਜ਼ ਘੱਟ ਕਰਦਾ, ਅਬਿਊਜ਼ ਜ਼ਿਆਦਾ ਕਰਦਾ। ਉਹ ਮੈਂ, ਜਿਹੜੀ ਅੰਦਰ ਮੈਂ ਦੀ ਪੂਜਾ ਆ। ਸੋ ਰਾਜਾ ਨੇ ਆਪਣਾ ਬੁੱਤ ਬਣਵਾਇਆ, ਉਹਦੀ ਪੂਜਾ ਕਰਨ ਦੇ ਲਈ ਸਾਰੀ ਦੁਨੀਆ ਨੂੰ ਕਿਹਾ ਕਿ ਇਸ ਦੀ ਪੂਜਾ ਕਰੋ। ਔਰ ਜਿਸ ਵੇਲੇ ਕਹਿੰਦਾ ਬੀਨ ਬਰਬਤ ਔਰ ਸਾਰੀਆਂ ਚੀਜ਼ਾਂ ਬਜਾਈਆਂ ਜਾਣ ਤੇ ਹਰੇਕ ਰਾਜਾ, ਹਰੇਕ ਭਾਸ਼ਾ, ਹਰੇਕ ਇਨਸਾਨ ਇਸ ਦੇ ਮੂਹਰੇ ਝੁਕੇ ਔਰ ਇਸ ਦੀ ਪੂਜਾ ਕਰੇ, ਕਿਉਂਕਿ ਧਰਤੀ ਦੇ ਉੱਤੇ ਦੇਵਤਾ ਮੈਂ। ਤਿੰਨ ਮਿੱਤਰ ਜੋ ਨਹੀਂ ਕਰਨਾ ਮੰਗਦੇ ਸੀਗੇ, ਉਹਨਾਂ ਨੂੰ ਲਿਆਂਦਾ ਗਿਆ ਔਰ ਉਹਨਾਂ ਨੂੰ ਪੁੱਛਦਾ ਕਿ ਕੀ ਕੋਈ ਐਸਾ ਦੇਵਤਾ ਹੈ ਜੋ ਤੁਹਾਨੂੰ ਮੇਰੇ ਤੋਂ ਬਚਾ ਸਕੇ? ਅਗਰ ਤੁਸੀਂ ਨਹੀਂ ਕਰੋਗੇ ਤਾਂ ਉਹ ਬਲ ਦੀ ਪੱਠੀ ਦੇ ਵਿੱਚ ਮੈਂ ਤੁਹਾਨੂੰ ਸੁੱਟ ਦਊਂਗਾ। ਹੈ ਕੋਈ ਦੇਵਤਾ ਜਿਹੜਾ ਤੁਹਾਨੂੰ ਬਚਾ ਸਕੇ? ਇਹ ਉਹਨਾਂ ਦਾ ਜਵਾਬ ਕਿ ਜੇ ਸਾਡਾ ਪ੍ਰਭੂ ਸਾਨੂੰ ਬਚਾਉਣ ਦੇ ਯੋਗ ਆ ਤਾਂ ਜ਼ਰੂਰ ਬਚਾਏਗਾ। ਜੇ ਉਹ ਨਾ ਵੀ ਬਚਾਏ ਤੇ ਬੁੱਤਾਂ ਦੀ ਪੂਜਾ ਅਸੀਂ ਤਾਂ ਵੀ ਨਹੀਂ ਕਰਨੀ। ਤੇਰੇ ਸੁਪਨਿਆਂ ਦੇ ਦੇਵਤੇ ਦੀ ਅਸੀਂ ਪੂਜਾ ਨਹੀਂ ਕਰਨੀ। ਸਾਡੀ ਮੁਸੀਬਤ ਇਹ ਆ ਕਿ ਦੁਨੀਆ ਦੇ ਵਿੱਚ ਜਿਹੜੀ ਪੂਜਾ ਹੋ ਰਹੀ ਉਹ ਸੁਪਨਿਆਂ ਦੇ ਦੇਵਤਿਆਂ ਦੀ ਪੂਜਾ ਹੋ ਰਹੀ ਹੈ। ਤੇਰੇ ਸੁਪਨਿਆਂ ਦੇ ਦੇਵਤੇ ਦੀ ਪੂਜਾ ਨਹੀਂ ਕਰਨੀ ਅਸੀਂ। ਅਸੀਂ ਜਿਉਂਦੇ ਪਰਮੇਸ਼ਵਰ ਦੀ ਪੂਜਾ ਕਰਨੀ ਆ। ਜੇ ਉਸ ਬਚਾਵੇ ਤਾਂ ਵੀ ਠੀਕ ਆ, ਜੇ ਉਹ ਨਾ ਵੀ ਬਚਾਵੇ ਤਾਂ ਇਸ ਘਿਨਾਉਣੀ ਚੀਜ਼ ਦੀ ਅਸੀਂ ਪੂਜਾ ਨਹੀਂ ਕਰਨੀ। ਇਹ ਚੋਇਸ ਹੁੰਦੀ ਹੈ ਹਮੇਸ਼ਾ ਸਾਡੇ ਮੂਹਰੇ। ਔਰ ਇਸ ਸਮੇਂ ਦੇ ਵਿੱਚ ਆ ਕੇ ਇਹ ਚੋਇਸ ਵੱਧਦੀ ਜਾ ਰਹੀ ਆ। ਕਿਉਂਕਿ ਸਮਾਂ ਉਹੋ ਹੀ ਪ੍ਰੈਸ਼ਰ ਪਾ ਰਿਹਾ ਕਿ ਜੇ ਤੁਸੀਂ ਮੇਰੇ ਪਿੱਛੇ, ਜੇ ਤੁਸੀਂ ਇਹ ਨਹੀਂ ਕਰੋਗੇ ਤਾਂ ਕੋਈ ਹੋਰ ਰਸਤਾ ਦਿਖਾਓ। ਕੋਈ ਹੈ ਤੁਹਾਡੇ ਕੋਲ ਰਸਤਾ? ਜੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਕੰਮ ਨਹੀਂ ਕਰਦੇ ਪਏ ਤਾਂ ਹੋਰ ਕੋਈ ਰਸਤਾ ਹੈ ਹੀ ਨਹੀਂ। ਔਰ ਅੰਨੀਆਂ ਅੱਖਾਂ ਨੂੰ ਦਿਸਦਾ ਵੀ ਨਹੀਂ।
ਨਵੀਆਂ ਦੀਆਂ ਅੱਖਾਂ ਨੂੰ ਨਹੀਂ ਦਿਸਦਾ ਪਿਆ। ਸਾਡੇ ਭਰਾ ਨੇ ਬਹੁਤ ਸੋਹਣੀ ਉਦਾਹਰਨ ਅੱਜ ਦਿੱਤੀ, ਮੂਸਾ ਦੀਆਂ ਅੱਖਾਂ ਨੂੰ ਨਹੀਂ ਦਿਸਦਾ ਪਿਆ। ਪ੍ਰਭੂ ਕਿਸ ਤਰ੍ਹਾਂ ਕੰਮ ਕਰਦਾ। ਲੇਕਿਨ ਉਸ ਤੋਂ ਪਹਿਲਾਂ ਇਨਸਾਨ ਦਾ ਭਰੋਸਾ ਜਿਹੜਾ ਉਹ ਇੰਨਾ ਹੋਣਾ ਚਾਹੀਦਾ ਆਪਣੇ ਪ੍ਰਭੂ ਦੇ ਉੱਤੇ, ਐਂਡ ਇਟਸ ਅ ਸਿੰਪਲ ਫੇਥ। ਜੇ ਉਹ ਨਾ ਵੀ ਕਰੇ ਤਾਂ ਤੇਰੇ ਬਣਾਏ ਹੋਏ ਇਸ ਬੱਟੇ ਦੀ ਪੂਜਾ ਨਹੀਂ ਅਸੀਂ ਕਰਨੀ, ਇਹ ਬੁੱਤ ਪ੍ਰਸਤੀ ਨਹੀਂ ਅਸੀਂ ਕਰਨੀ, ਇਹ ਵਹਿਮਾਂ ਭਰਮਾਂ ਦੀ ਪ੍ਰਸਤਿਸ਼ ਅਸੀਂ ਨਹੀਂ ਕਰਨੀ, ਤੇਰੇ ਸੁਪਨਿਆਂ ਦੀ ਪ੍ਰਸਤਿਸ਼ ਅਸੀਂ ਨਹੀਂ ਕਰਨੀ। ਸਾਡਾ ਪ੍ਰਭੂ ਸਾਨੂੰ ਬਚਾਵੇ ਚਾਹੇ ਨਾ ਬਚਾਵੇ, ਪਰ ਸਾਨੂੰ ਇੰਨਾ ਪਤਾ ਕਿ ਆਹ ਚੀਜ਼ ਕਰਨੀ ਘਿਨਾਉਣੀ ਆ, ਆਹ ਚੀਜ਼ ਕਰਨੀ ਪਾਪ ਆ, ਆਹ ਜਿਹੜੀ ਚੀਜ਼ ਕਰਨੀ ਇਹ ਪ੍ਰਭੂ ਦੇ ਰਸਤੇ ਤੋਂ ਬਾਹਰ ਆ। ਤੁਸੀਂ ਆਪਣੀ ਸਿਚੁਏਸ਼ਨ ਜਾਣਦੇ ਆ, ਇਸ ਵੇਲੇ ਤੁਸੀਂ ਕਿੱਥੇ ਕਿੱਥੇ ਬੈਠੇ ਹੋ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਬੈਠੇ ਹੋ ਆ, ਔਰ ਕਿਹੜੀਆਂ ਚੀਜ਼ਾਂ ਆ ਜਿਹੜੀ ਆਸਾਨ ਰਸਤੇ ਦਿਸਦੇ ਪਏ ਆ ਕਿ ਆਹ ਰਸਤਾ ਆਸਾਨ ਆ। ਅਸੀਂ ਮਸੀਹੀ, ਅਸੀਂ ਗਿਣਤੀ ਦੇ ਵਿੱਚ ਥੋੜ੍ਹੇ ਆ। ਸਾਡੀ ਸਭ ਤੋਂ ਵੱਡੀ ਜਿਹੜੀ ਮੁਸੀਬਤ ਉਸ ਲਈ ਆਉਂਦੀ ਜਿਹੜੇ ਸਾਡੇ ਬੱਚੇ ਜਵਾਨ ਹੋ ਜਾਂਦੇ ਆ। ਉਹਨਾਂ ਦੇ ਲਈ ਜੀਵਨ ਸਾਥੀ ਕਿੱਥੋਂ ਲੱਭੀਏ? ਅੱਖਾਂ ਨੂੰ ਕੁਛ ਦਿਖਾਈ ਨਹੀਂ ਦੇ ਰਿਹਾ ਹੁੰਦਾ। ਇਹੋ ਹੀ ਚੀਜ਼ ਆ ਇਸ ਵੇਲੇ, ਇਹਨਾਂ ਦੀਆਂ ਅੱਖਾਂ ਨੂੰ ਕੁਛ ਨਹੀਂ ਦਿਖਾਈ ਦੇ ਰਿਹਾ। ਲੇਕਿਨ ਅਗਰ ਇਹ ਚੋਇਸ ਅਸੀਂ ਕਰਦੇ ਹਾਂ ਕਿ ਗॉड ਇਜ਼ ਏਬਲ, ਪ੍ਰਭੂ ਯਿਸੂ ਜਿਸ ਦੇ ਉੱਤੇ ਅਸੀਂ ਭਰੋਸਾ ਰੱਖਦੇ ਹਾਂ ਉਹ ਇਸ ਦੇ ਯੋਗ ਆ, ਸਾਡਾ ਪ੍ਰਭੂ ਇਹ ਕੰਮ ਕਰ ਸਕਦਾ। ਹੀ ਇਜ਼ ਏਬਲ। ਉਹਦੇ 'ਚ ਇੰਨਾ ਸਮਰਥ ਹੈਗਾ। ਤਦ ਰਾਜਾ ਨਬੂਕਦਨਸਰ ਦਾ ਗੁੱਸਾ ਸਦਰਕ, ਮੇਸ਼ਕ ਅਤੇ ਅਬਦਨਗੋ ਦੇ ਉੱਤੇ ਪੂਰੇ ਜ਼ੋਰ ਦੇ ਨਾਲ ਭੜਕ ਉੱਠਿਆ। ਉਸ ਦਾ ਮੂੰਹ ਲਾਲ ਹੋ ਗਿਆ। ਉਸਨੇ ਆਪਣੇ ਨੌਕਰਾਂ ਨੂੰ ਆਗਿਆ ਦਿੱਤੀ ਕਿ ਪਹਿਲੇ ਨਾਲੋਂ 7 ਗੁਣਾ ਹੋਰ ਭੱਠੀ ਗਰਮ ਕੀਤੀ ਜਾਵੇ। ਉਸਨੇ ਆਪਣੀ ਸੈਨਾ ਦੇ ਤਕੜੇ ਆਦਮੀਆਂ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਬੰਨ੍ਹ ਕੇ ਬਲ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇ। ਇਸ ਲਈ ਉਹਨਾਂ ਨੇ ਉਹਨਾਂ ਤਿੰਨਾਂ ਨੂੰ ਉਹਨਾਂ ਦੇ ਪੂਰੇ ਕੱਪੜਿਆਂ ਸਮੇਤ ਬੰਨ੍ਹ ਕੇ ਮਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ। ਰਾਜਾ ਦੀ ਆਗਿਆ ਦੇ ਅਨੁਸਾਰ ਭੱਠੀ ਬਹੁਤ ਗਰਮ ਕੀਤੀ ਗਈ ਸੀ, ਇਸ ਲਈ ਜੋ ਪਹਿਰੇਦਾਰ ਉਹਨਾਂ ਤਿੰਨਾਂ ਨੂੰ ਭੱਠੀ ਤੱਕ ਲੈ ਕੇ ਗਏ ਉਹ ਵੀ ਅੱਗ ਦੇ ਸੇਕ ਦੇ ਨਾਲ ਸੜ ਗਏ। ਤਦ ਸਦਰਕ, ਮੇਸ਼ਕ ਅਤੇ ਅਬਦਨਗੋ ਬੰਨੇ ਹੋਏ ਹੀ ਬਲਦੀ ਅੱਗ ਦੀ ਭੱਠੀ ਦੇ ਅੰਦਰ ਜਾ ਡਿੱਗੇ ਸਨ। ਸੋ ਰਾਜਾ ਦਾ ਜਿਹੜਾ ਚਿਹਰਾ ਆ ਉਹ ਦੱਸਦੇ ਆ ਵਚਨ ਦੇ ਅਨੁਸਾਰ ਉਹ ਭੱਠੀ ਦੇ ਵਾਂਗ ਉਹਦਾ ਵੀ ਚਿਹਰਾ ਲਾਲ ਹੋ ਗਿਆ। 2 ਭੱਠੀਆਂ ਜਗਦੀਆਂ ਪਈਆਂ, ਇੱਕ ਤਾਂ ਉਹ ਭੱਠੀ ਆ, ਇੱਕ ਉਹਦੇ ਅੰਦਰ ਗੁੱਸੇ ਦੀ ਭੱਠੀ। ਇਸ ਭੱਠੀ ਨੂੰ ਹੋਰ ਗਰਮ ਕੀਤਾ ਜਾਏ, ਇਹਦੇ ਵਿੱਚ ਹੋਰ ਲੱਕੜਾਂ ਪਾਈਆਂ ਜਾਣ, ਇਸ ਨੂੰ ਇੰਨਾ ਗਰਮ ਕੀਤਾ ਜਾਵੇ, ਇਹਨਾਂ ਤਿੰਨਾਂ ਨੂੰ ਬੰਨ੍ਹ ਕੇ ਇਸ ਦੇ ਅੰਦਰ ਸੁੱਟ ਦਿਓ। ਵਚਨ ਦੇ ਅਨੁਸਾਰ ਜਿਹੜੇ ਲੋਕ ਉਹਨਾਂ ਨੂੰ ਬੰਨ੍ਹ ਕੇ ਉਸ ਭੱਠੀ ਤੱਕ ਲੈ ਕੇ ਗਏ ਉਹ ਵੀ ਸੜ ਗਏ, ਜਿਹੜੇ ਉਹਨਾਂ ਨੂੰ ਸੁੱਟਣ ਗਏ ਉਹ ਵੀ ਸੜ ਗਏ। ਲੇਕਿਨ ਦੇਖੋ ਪ੍ਰਭੂ ਕਿਸ ਤਰ੍ਹਾਂ ਕੰਮ ਕਰਦਾ। ਮੇਰੀ ਮੱਤ ਜਿਹੜੀ ਉਹ ਮੰਗਦੀ ਹੈ ਇਹ ਕਿ ਇਸ ਤੋਂ ਪਹਿਲਾਂ ਕਿ ਮੈਨੂੰ ਬੰਨ੍ਹਿਆ ਜਾਵੇ ਮੇਰਾ ਪ੍ਰਭੂ ਉੱਥੇ ਆ ਕੇ ਖੜਾ ਹੋ ਜਾਵੇ। ਮੇਰੀ ਮੱਤ ਇਹ ਕਹਿੰਦੀ ਕਿ ਪ੍ਰਭੂ ਭੱਠੀ ਦੇ ਅੱਗੇ ਇੱਦਾਂ ਦੀ ਕੰਧ ਖੜੀ ਕਰ ਦੇਵੇ ਕਿ ਮੈਨੂੰ ਅੰਦਰ ਹੀ ਨਾ ਲਿਜਾ ਸਕਣ।
ਮੇਰੀ ਮੱਤ ਇਹ ਕਹਿੰਦੀ ਆ ਕਿ ਮੈਨੂੰ ਮੁਸੀਬਤ ਦੇ ਅੰਦਰ ਮੇਰੀ ਜਿਹੜੀ ਮੈਨੂੰ ਮੁਸੀਬਤ ਤੋਂ ਦੂਰ ਹੀ ਰੱਖਿਆ ਜਾਏ, ਪਰ ਉਹਦੇ ਵਿੱਚ ਪ੍ਰਭੂ ਦੀ ਕੋਈ ਮਹਿਮਾ ਨਹੀਂ। ਅਸੀਂ ਪਿਛਲੇ ਦਿਨਾਂ ਦੇ ਵਿੱਚੋਂ ਇਹੋ ਹੀ ਦੇਖਦੇ ਪਏ ਹਾਂ ਕਿ ਇਨਸਾਨ ਦੀ ਕਮਜ਼ੋਰੀ ਦੇ ਵਿੱਚ ਪ੍ਰਭੂ ਦੀ ਮਹਿਮਾ ਜਾਗਦੀ ਆ। ਪ੍ਰਭੂ ਦੀ ਮਹਿਮਾ ਉਸ ਵੇਲੇ ਸਾਡੀ ਜ਼ਿੰਦਗੀ ਦੇ ਵਿੱਚ ਉੱਚੀ ਉੱਠਦੀ ਹੈ ਜਿਸ ਵੇਲੇ ਅਸੀਂ ਮੁਸੀਬਤ 'ਚ ਹੁੰਦੇ ਹਾਂ। ਜਿੰਨਾ ਅਸੀਂ ਨਿਮਾਈ ਦੇ ਵਿੱਚ ਹੁੰਦੇ ਹਾਂ, ਅਸੀਂ ਉਹਨੂੰ ਓਨੀ ਉਚਾਈ 'ਚ ਦੇਖਦੇ ਹਾਂ। ਅਚਾਨਕ ਰਾਜਾ ਨਬੂਕਦਨਸਰ ਭੱਠੀ ਦੇ ਅੰਦਰ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਆਪਣੇ ਅਧਿਕਾਰੀਆਂ ਤੋਂ ਪੁੱਛਿਆ, ਕੀ ਅਸੀਂ ਤਿੰਨਾਂ ਆਦਮੀਆਂ ਨੂੰ ਬੰਨ੍ਹ ਕੇ ਬਲਦੀ ਭੱਠੀ ਦੇ ਵਿੱਚ ਨਹੀਂ ਸੁੱਟਿਆ ਸੀ? ਉਹਨਾਂ ਨੇ ਉੱਤਰ ਦਿੱਤਾ, ਹਾਂ ਮਹਾਰਾਜ, ਤੁਸੀਂ ਠੀਕ ਕਹਿ ਰਹੇ ਹੋ। ਤਾਂ ਰਾਜਾ ਨੇ ਕਿਹਾ, ਫਿਰ ਮੈਂ ਅੱਗ ਦੇ ਵਿੱਚ 4 ਆਦਮੀਆਂ ਨੂੰ ਚੱਲਦੇ ਕਿਉਂ ਦੇਖ ਰਿਹਾ ਹਾਂ? ਉਹ ਬੰਨੇ ਹੋਏ ਨਹੀਂ ਹਨ ਅਤੇ ਨਾ ਹੀ ਉਹਨਾਂ ਦੇ ਸਰੀਰਾਂ ਤੇ ਕੋਈ ਸੜਨ ਦਾ ਚਿੰਨ੍ਹ ਹੈ, ਅਤੇ ਚੌਥਾ ਮਨੁੱਖ ਦੇਵਤੇ ਦੇ ਵਾਂਗ ਦਿਖ ਰਿਹਾ ਹੈ। ਚੌਥਾ ਮਨੁੱਖ ਦੇਵਤੇ ਦੇ ਵਾਂਗ ਦਿਖ ਰਿਹਾ ਹੈ। ਇਹ ਹੈ ਪ੍ਰਭੂ ਦੀ ਤਾਕਤ। ਪਰ ਪ੍ਰਭੂ ਦੀ ਤਾਕਤ ਉਸ ਦੀ ਨਮਰਤਾ ਦੇ ਵਿੱਚ ਆ। ਪ੍ਰਭੂ ਯਿਸੂ ਦੀ ਜਿਹੜੀ ਤਾਕਤ ਆ ਉਸ ਦੀ ਨਮਰਤਾ ਦੇ ਵਿੱਚ ਆ। ਪ੍ਰਭੂ ਯਿਸੂ ਮਸੀਹ ਨੇ ਅੱਧ ਸਮਾਨੇ ਖੜੇ ਹੋ ਕੇ ਸਾਨੂੰ ਬਚਾਇਆ ਨਹੀਂ। ਪ੍ਰਭੂ ਯਿਸੂ ਮਸੀਹ ਨੇ ਐਂਜਲ ਕੱਢ ਕੇ ਘੱਲ ਕੇ ਸਾਨੂੰ ਨਹੀਂ ਬਚਾਇਆ। ਪ੍ਰਭੂ ਯਿਸੂ ਮਸੀਹ ਨੇ ਆਪ ਆ ਕੇ ਸਾਨੂੰ ਬਚਾਇਆ। ਰਾਜਿਆਂ ਦਾ ਰਾਜਾ, ਜਿਸ ਦੇ ਮੂਹਰੇ ਉਸ ਦੇ ਸਵਰਗਦੂਤ ਵੀ ਅੱਖਾਂ ਨਹੀਂ ਚੁੱਕ ਸਕਦੇ। ਸਵਰਗਦੂਤਾਂ ਦੇ ਲਈ ਕਿਹਾ ਗਿਆ ਕਿ 2 ਪਰਾਂ ਦੇ ਨਾਲ ਉਹ ਆਪਣਾ ਚਿਹਰਾ ਢੱਕਦੇ, 2 ਪਰਾਂ ਦੇ ਨਾਲ ਉਹ ਆਪਣਾ ਪੈਰ ਢੱਕਦੇ, 2 ਪਰਾਂ ਦੇ ਨਾਲ ਉੱਡਣ ਦੇ ਲਈ ਤਿਆਰ ਰਹਿੰਦੇ ਕਿ ਤੂੰ ਕਹਿ ਸਹੀ, ਅਸੀਂ ਜਾਣ ਨੂੰ ਤਿਆਰ ਹਾਂ। ਉਹ ਆਪਣਾ ਉਹ ਸਿੰਘਾਸਨ ਤਿਆਗ ਕੇ ਇਸ ਧਰਤੀ ਦੇ ਉੱਤੇ ਆਇਆ ਸਾਨੂੰ ਬਚਾਉਣ ਦੇ ਲਈ। ਪ੍ਰਭੂ ਯਿਸੂ ਆਪਣਾ ਕੰਮ ਆਪ ਕਰਦਾ। ਇਹ ਉਸ ਦੀ ਬਰਕਤ। ਜਿਹੜਾ ਵੀ ਕੰਮ ਸਾਡੀ ਜ਼ਿੰਦਗੀ ਦੇ ਵਿੱਚ ਹੋਇਆ, ਇਹ ਯਾਦ ਰੱਖੋ ਉਸ ਵੇਲੇ ਪ੍ਰਭੂ ਯਿਸੂ ਉੱਥੇ ਸੀ। ਜਦ ਵੀ ਇਹ ਅੱਗ ਦੀ ਭੱਠੀ ਸਾਡੀ ਜ਼ਿੰਦਗੀ ਦੇ ਵਿੱਚ ਆਈ ਆ, ਪ੍ਰਭੂ ਯਿਸੂ ਉੱਥੇ ਸੀ। ਔਰ ਪ੍ਰਭੂ ਯਿਸੂ ਉੱਥੇ ਹੈ। ਮੈਂ ਚੌਥਾ ਬੰਦਾ ਦਿਖਾਈ ਦੇ ਰਿਹਾ। ਮੈਂ 3 ਸੁੱਟੇ ਸੀਗੇ, ਇਹ ਚੌਥਾ ਕੌਣ ਆ? ਜਿਹੜੇ ਅੰਦਰ ਹੈ ਉਹਨਾਂ ਦੇ ਉੱਤੇ ਕੋਈ ਬੰਧਨ ਨਹੀਂ, ਉਹ ਬੰਧਨਾਂ ਤੋਂ ਮੁਕਤੀ। ਭੱਠੀ ਦੇ ਵਿੱਚ ਮੁਕਤੀ ਦਿਖਾਈ ਦੇ ਰਹੀ ਆ। ਜਿੱਥੇ ਜਿੱਥੇ ਯਿਸੂ ਆ ਉੱਥੇ ਬੰਧਨ ਕੋਈ ਨਹੀਂ, ਉੱਥੇ ਮੁਕਤੀ ਆ, ਆਜ਼ਾਦੀ ਆ। ਪ੍ਰਭੂ ਨੇ ਉਹਨਾਂ ਦੇ ਬੰਧਨਾਂ ਤੋਂ ਉਹਨਾਂ ਨੂੰ ਆਜ਼ਾਦ ਕਰ ਦਿੱਤਾ। ਇਹ ਹੈ ਨਮਰਤਾ। ਨਮਰਤਾ ਔਰ ਪਿਆਰ। ਔਰ ਉਹ ਵੀ ਪਾਪੀ ਇਨਸਾਨ ਦੇ ਨਾਲ। ਇਹਨਾਂ ਤਿੰਨਾਂ ਨੇ ਕੋਈ ਪਾਪ ਨਹੀਂ ਕੀਤਾ। ਇਹਨਾਂ ਤਿੰਨ ਗੁਲਾਮੀ 'ਚ ਕਿਉਂ ਬੈਠੇ ਆਏ? ਨਬੂਕਦਨਸਰ ਦੀ ਗੁਲਾਮੀ 'ਚ ਕਿਉਂ ਇਹ ਲੋਕ ਬੈਠੇ ਆ? ਇਹਨਾਂ ਦਾ ਆਖਰੀ ਰਾਜਾ ਬੰਦੀ ਬਣਾ ਕੇ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪੁੱਤਰ ਮਾਰ ਕੇ ਉਸ ਨੂੰ ਅਖੀਰਲੇ ਸਮੇਂ ਦੇ ਵਿੱਚ ਅੰਨਾ ਕਰ ਦਿੱਤਾ ਗਿਆ। ਉਸ ਦੇ ਪੁੱਤਰ ਸਭ ਤੋਂ ਪਹਿਲਾਂ ਉਹਦੇ ਮੂਹਰੇ ਬਿਠਾਏ ਗਏ, ਉਹਨਾਂ ਨੂੰ ਮਾਰਿਆ ਗਿਆ।
ਫਿਰ ਨਬੂਕਦਨਸਰ ਨੇ ਕਿਹਾ ਕਿ ਹੁਣ ਇਸ ਦੀਆਂ ਅੱਖਾਂ ਦੇ ਵਿੱਚ ਲੋਹੇ ਦੀਆਂ ਸਲਾਖਾਂ ਦੇ ਦਿਓ, ਤਾਂ ਕਿ ਅਖੀਰਲੀ ਚੀਜ਼ ਜਿਹੜੀ ਇਸ ਨੇ ਦੇਖੀ ਹੈ ਇਹੋ ਹੀ ਦੇਖੇ, ਇਹ ਇਹਦੀ ਜ਼ਿੰਦਗੀ 'ਚ ਹਮੇਸ਼ਾ ਬਣੀ ਰਹੇ ਅਖੀਰਲੀ ਚੀਜ਼ ਕਿ ਮੇਰੇ ਪੁੱਤਰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰੇ ਗਏ ਸੀ। ਪਾਪੀ ਲੋਕ ਆਏ, ਇਹਨਾਂ ਨੂੰ ਪਾਪ ਦੀ ਸਜ਼ਾ ਮਿਲੀ ਹੋਏ ਤਾਂ ਗੁਲਾਮੀ ਦੇ ਵਿੱਚ ਬੈਠੇ ਹੋ। ਯਹੂਦੀ ਲੋਕ ਇਸ ਵੇਲੇ ਇਰਾਕ ਦੇ ਵਿੱਚ ਬੈਠੇ ਹੋ, ਬਾਬਲ ਇਰਾਕ ਦੇ ਵਿੱਚ, ਇਹ ਇਰਾਕ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ। ਇਸ ਵੇਲੇ ਇਹ ਇਰਾਕ ਦੇ ਵਿੱਚ ਗੁਲਾਮ ਬਣ ਕੇ ਗਏ ਹੋ, ਉੱਥੇ ਬੈਠੇ ਹੋ। ਪਾਪੀ ਲੋਕ ਆ, ਕੋਈ ਧਰਮ ਨਹੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਇਹਨਾਂ ਦੇ ਨਾਮ ਤੱਕ ਬਦਲ ਦਿੱਤੇ ਗਏ। ਆ ਦੇਵਤਿਆਂ ਦੇ ਨਾਮ ਆ, ਇਹਨਾਂ ਦੇ ਆਪਣੇ ਨਾਮ ਨਹੀਂ। ਜਿਸ ਵੇਲੇ ਉਹਨਾਂ ਨੂੰ ਇਹ ਚੁਣਨ ਦਾ ਮੌਕਾ ਮਿਲਿਆ ਕਿ ਅਸੀਂ ਬੁੱਤ ਪ੍ਰਸਤੀ ਕਰਨੀ ਆ ਜਾਂ ਅਸੀਂ ਜਿਹੜਾ ਜਿਉਂਦਾ ਪਰਮੇਸ਼ਵਰ ਆ ਉਹਦੇ ਪਿੱਛੇ ਚੱਲਣਾ, ਤੇ ਉੱਥੇ ਆ ਕੇ ਉਹਨਾਂ ਨੇ ਚੁਣਾਵ ਸਹੀ ਕੀਤਾ। ਅਸੀਂ ਆਪਣੀ ਜਾਨ ਬਚਾਉਣੀ ਆ ਜਾਂ ਅਸੀਂ ਪ੍ਰਭੂ ਦੇ ਪਿੱਛੇ ਚੱਲਣਾ, ਤੇ ਉੱਥੇ ਆ ਕੇ ਉਹਨਾਂ ਨੇ ਚੁਣਾਵ ਸਹੀ ਕੀਤਾ ਕਿ ਸਾਡਾ ਪ੍ਰਭੂ ਚਾਹੇ ਸਾਨੂੰ ਬਚਾਏ ਚਾਹੇ ਨਾ ਬਚਾਏ, ਪਰ ਇਸ ਬੁੱਤ ਦੀ, ਇਸ ਘਿਨਾਉਣੇ ਬੁੱਤ ਦੀ ਅਸੀਂ ਪੂਜਾ ਨਹੀਂ ਕਰਨੀ। ਇਹਨਾਂ ਵਹਿਮਾਂ ਭਰਮਾਂ ਦੀ ਅਸੀਂ ਪੂਜਾ ਨਹੀਂ ਕਰਨੀ। ਤੇਰੇ ਸੁਪਨਿਆਂ ਦੇ ਦੇਵਤੇ ਦੀ ਅਸੀਂ ਪੂਜਾ ਨਹੀਂ ਕਰਨੀ। ਤਾਂ ਪ੍ਰਭੂ ਨੇ ਦੇਖੋ ਬਰਕਤ ਕਿੱਡੀ ਵੱਡੀ ਦਿੱਤੀ ਆ ਕਿ ਉਹਨਾਂ ਦੇ ਦੁਸ਼ਮਣ ਨੂੰ ਵੀ ਆਪਣਾ ਚਿਹਰਾ ਦਿਖਾਤਾ ਕਿ ਮੈਂ ਇੱਥੇ ਖੜਾ। ਜਿਸ ਵੇਲੇ ਅਸੀਂ ਪ੍ਰਭੂ ਦੇ ਲਈ ਖੜੇ ਹੁੰਦੇ ਆ ਨਾ, ਸਿਰਫ ਆਪਣੇ ਲਈ ਬਰਕਤ ਦਾ ਕਾਰਨ ਨਹੀਂ ਬਣਦੇ, ਸਗੋਂ ਉਹਨਾਂ ਦੇ ਲਈ ਵੀ ਬਰਕਤ ਦਾ ਕਾਰਨ ਬਣਦੇ ਆ ਜਿਹੜੇ ਪ੍ਰਭੂ ਦੇ ਖਿਲਾਫ ਹੁੰਦੇ ਆ, ਉਹ ਵੀ ਪ੍ਰਭੂ ਦਾ ਦਰਸ਼ਨ ਕਰਦੇ ਆ। ਸੋ ਰਾਜਾ ਨਬੂਕਦਨਸਰ ਨੇ ਬਲਦੀ ਭੱਠੀ ਦੇ ਮੂੰਹ ਦੇ ਕੋਲ ਜਾ ਕੇ ਪੁਕਾਰ ਕੇ ਕਿਹਾ, ਸਦਰਕ, ਮੇਸ਼ਕ, ਅਬਦਨਗੋ, ਸਰਵ ਉੱਚ ਪਰਮੇਸ਼ਰ ਦੇ ਦਾਸੋ, ਬਾਹਰ ਆ ਜਾਓ। ਉਹ ਤੁਰੰਤ ਬਾਹਰ ਆ ਗਏ। ਸਭ ਰਾਜਕੁਮਾਰ, ਰਾਜਪਾਲ, ਸੈਨਾਪਤੀ ਅਤੇ ਬਾਕੀ ਦੇ ਅਧਿਕਾਰੀ ਇਕੱਠੇ ਹੋ ਕੇ ਆਏ ਅਤੇ ਦੇਖਿਆ। ਉਹਨਾਂ ਤਿੰਨਾਂ ਦਾ ਅੱਗ ਨਾਲ ਕੋਈ ਨੁਕਸਾਨ ਨਹੀਂ ਹੋਇਆ ਸੀ ਅਤੇ ਨਾ ਉਹਨਾਂ ਦੇ ਵਾਲ ਅਤੇ ਕੱਪੜੇ ਸੜੇ ਸਨ ਅਤੇ ਨਾ ਹੀ ਉਹਨਾਂ ਦੇ ਕੋਲੋਂ ਧੂਏ ਦੀ ਬੋ ਆ ਰਹੀ ਸੀ। ਪਰ ਸਦਰਕ, ਮੇਸ਼ਕ ਅਤੇ ਅਬਦਨਗੋ ਨੇ ਰਾਜਾ ਨੂੰ ਉੱਤਰ ਦਿੱਤਾ, ਮਹਾਰਾਜ, ਉਹ ਮੇਰੇ ਕੋਲ ਇੱਥੇ ਗਲਤੀ ਦੇ ਨਾਲ ਹੋ ਗਈ, ਧੂਏ ਦੀ ਬੋ ਆ ਰਹੀ ਸੀ। ਰਾਜਾ ਨੇ ਕਿਹਾ, ਸਦਰਕ, ਮੇਸ਼ਕ ਅਤੇ ਅਬਦਨਗੋ ਦਾ ਪਰਮੇਸ਼ਵਰ ਧਨ ਹੈ, ਉਸੇ ਨੇ ਆਪਣਾ ਸਵਰਗਦੂਤ ਘੱਲ ਕੇ ਇਹਨਾਂ ਤਿੰਨਾਂ ਦਾਸਾਂ ਦੀ ਰੱਖਿਆ ਕੀਤੀ ਹੈ, ਜਿਨ੍ਹਾਂ ਦਾ ਕੇਵਲ ਉਸੇ ਉੱਤੇ ਭਰੋਸਾ ਹੈ। ਉਹਨਾਂ ਨੇ ਮੇਰੇ ਹੁਕਮ ਨੂੰ ਤੋੜ ਕੇ ਆਪਣੇ ਜੀਵਨ ਖਤਰੇ ਵਿੱਚ ਪਾਏ, ਪਰ ਆਪਣੇ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਦੂਸਰੇ ਦੇਵਤੇ ਦੀ ਨਾ ਪੂਜਾ ਕੀਤੀ ਅਤੇ ਨਾ ਹੀ ਮੱਥਾ ਟੇਕਿਆ। ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਚੀਜ਼ ਆ, ਉਹਨਾਂ ਨੂੰ ਆਵਾਜ਼ ਦੇ ਕੇ ਜਿਸ ਵੇਲੇ ਬਾਹਰ ਬੁਲਾਇਆ ਗਿਆ, ਤੇ ਇੱਥੇ ਹੈ ਸਾਨੂੰ ਮੁਕਤੀ ਦਿਖਾਈ ਦਿੰਦੀ ਪਈ। ਸਾਨੂੰ ਇੰਨਾ ਪਤਾ ਕਿ ਜਿਹੜੀ ਨਰਕ ਨੂੰ ਹਮੇਸ਼ਾ ਅੱਗ ਕਿਹਾ ਗਿਆ। ਡਜ਼ਨਟ ਮੈਟਰ ਤੁਸੀਂ ਜਿਹੜਾ ਮਰਜ਼ੀ ਧਰਮ ਗ੍ਰੰਥ ਪੜ੍ਹ ਲਓ, ਨਰਕ ਨੂੰ ਹਮੇਸ਼ਾ ਅੱਗ ਕਿਹਾ ਗਿਆ, ਨਰਕ ਦੀ ਅੱਗ। ਔਰ ਇੱਥੇ ਇਹ ਚੀਜ਼ ਸਾਨੂੰ ਦਿਖਾਈ ਗਈ ਆ ਕਿ ਪਰਮੇਸ਼ਵਰ ਦੇ ਉੱਤੇ ਉਹਨਾਂ ਨੇ ਭਰੋਸਾ ਰੱਖਿਆ। ਦੇ ਪੁੱਟ देयर ਫੇਥ ਇਨ ਦ ਲੋਰਡ, ਔਰ ਉਸ ਨਰਕ ਦੀ ਅੱਗ ਦੇ ਵਿੱਚੋਂ ਦੀ ਉਹ ਬਾਹਰ ਆਏ ਆ। ਨਾ ਉਹਨਾਂ ਦੇ ਕੱਪੜੇ ਸੜੇ ਆ,
ਨਾ ਉਹਨਾਂ ਦੇ ਸਰੀਰ ਦੇ ਵਾਲ ਸੜੇ ਆ, ਨਾ ਉਹਨਾਂ ਦੀ ਧੂਏ ਤੋਂ ਬੋ ਆ ਰਹੀ ਆ। ਪ੍ਰਭੂ ਇਸੇ ਤਰ੍ਹਾਂ ਤੁਹਾਨੂੰ ਤੇ ਮੈਨੂੰ ਉਸ ਨਰਕ ਦੀ ਅੱਗ ਦੇ ਵਿੱਚੋਂ ਕੱਢ ਕੇ ਆਪਣੇ ਘਰ ਲੈ ਜਾਏਗਾ। Not because of me or you, but because of him. ਕਿਉਂਕਿ ਉਹ ਅੱਗ ਦੇ ਵਿੱਚ ਬਚਾਉਣ ਵਾਲਾ ਆਪ ਖੜਾ ਆ। He is there. ਜਿਹੜੇ ਉਹ ਭਰੋਸਾ ਰੱਖ ਕੇ ਜਾਂਦੇ ਪਏ ਆ ਕਿ ਪ੍ਰਭੂ ਜੀ ਤੂੰ ਹੈਗਾ, ਤੂੰ ਮੇਰਾ ਆ, ਮੈਂ ਤੇਰਾ ਆ, ਔਰ ਮੈਂ ਹੋਰ ਕਿਸੇ ਦਾ ਨਹੀਂ। ਹੋਰ ਕੋਈ ਮਾਰਗ ਨਹੀਂ, ਤੇਰਾ ਮਾਰਗ ਆ, ਭਾਵੇਂ ਤੂੰ ਅਖੀਰਲੇ ਵੇਲੇ ਖੋਲੇ। ਹੋਰ ਕੋਈ ਤਰੀਕਾ ਨਹੀਂ, ਤੂੰ ਹੀ ਉਹ ਤਰੀਕਾ ਆ। ਯਾਦ ਰੱਖੋ, ਪ੍ਰਭੂ ਯਿਸੂ ਮਾਰਗ ਬਣਾਉਂਦਾ ਨਹੀਂ, ਉਹ ਮਾਰਗ ਹੈ। He is the way. ਉਹ ਜ਼ਿੰਦਗੀ ਦਿੰਦਾ ਨਹੀਂ, ਉਹ ਜ਼ਿੰਦਗੀ ਹੈ। ਉਹ ਆਪ ਜ਼ਿੰਦਗੀ ਆ। ਉਹ ਸਾਨੂੰ ਤ੍ਰਿਪਤੀਆਂ ਚੀਜ਼ਾਂ ਦੇ ਨਾਲ ਤ੍ਰਿਪਤ ਨਹੀਂ ਕਰਦਾ। ਉਹ ਆਪ ਤ੍ਰਿਪਤੀ, ਉਹ ਆਪ ਰੋਟੀ ਆ, ਉਹ ਆਪ ਪਾਣੀ ਆ। ਉਹ ਸ਼ਾਂਤੀ ਸਾਨੂੰ ਦੁਨਿਆਵੀ ਤਰੀਕੇ ਦੇ ਨਾਲ ਨਹੀਂ ਦਿੰਦਾ, ਉਹ ਆਪ ਸ਼ਾਂਤੀ ਆ। ਉਹ ਆਪਣੀ ਸ਼ਾਂਤੀ ਦਿੰਦਾ, ਉਹ ਆਪ ਆਰਾਮ ਦਿੰਦਾ, ਉਹ ਆਪਣਾ ਆਰਾਮ ਦਿੰਦਾ। He is our everything. His being is everything. ਉਹ ਆਪ ਸਾਡੇ ਅੰਦਰ ਆਉਂਦਾ, ਕਹਿੰਦਾ ਮੈਂ ਆਪ ਆ ਕੇ ਤੁਹਾਡੇ ਅੰਦਰ ਰਹਿਣਾ। ਜਦ ਉਸ ਰਾਜਾ ਨੇ ਦੇਖਿਆ ਔਰ ਉਸ ਚੌਥੇ ਦੇ ਵੱਲੋਂ ਦੇਖ ਰਿਹਾ ਕਿ ਉਹ ਚੌਥਾ ਕੌਣ, ਔਰ ਉਸ ਚੌਥੇ ਨੂੰ ਦੇਖ ਕੇ ਕਹਿੰਦਾ ਤੁਹਾਡਾ ਦੇਵਤਾ ਵਾਕਈ ਮਹਾਨ ਆ। ਉਸ ਦਾ ਧਿਆਨ ਉਸ ਦੇਵਤੇ ਵੱਲ ਲੱਗ ਗਿਆ। ਉਹ ਹਾਲੇ ਤੱਕ ਉਹ ਜਿਉਂਦੇ ਪ੍ਰਭੂ ਦੇ ਬਾਰੇ ਕੱਖ ਨਹੀਂ ਜਾਣਦਾ। ਉਹਨੂੰ ਸਿਰਫ ਇੰਨਾ ਪਤਾ ਕਿ ਮੈਂ ਨਬੂਕਤਨਸਰ ਇਸ ਦੁਨੀਆ ਦੇ ਉੱਤੇ ਦੇਵਤਾ ਆ, ਮੇਰੇ ਵਰਗਾ ਕੋਈ ਨਹੀਂ, ਮੈਂ ਸਾਰੀ ਦੁਨੀਆ ਨੂੰ ਫਤਿਹ ਕਰ ਲਿਆ, ਮੈਂ ਆਪਣਾ ਰਾਜ ਇਰਾਕ ਤੋਂ ਲੈ ਕੇ, ਮੈਂ ਆਪਣਾ ਜਿਹੜਾ ਰਾਜ ਆ ਉਹ ਇਰਾਕ ਤੋਂ ਲੈ ਕੇ ਈਜਿਪਟ ਤਾਈਂ ਜਾ ਕੇ ਮੈਂ ਆਪਣਾ ਰਾਜ ਸਥਾਪਿਤ ਕਰ ਲਿਆ, ਮੈਂ ਨਬੂਕਤਨਸਰ ਸਭ ਕੁਛ ਹਾਂ। ਮੈਂ ਹਾਲੇ ਤੱਕ ਸਿਰਫ ਉਹਨੂੰ ਇੰਨਾ ਹੀ ਪਤਾ ਹੈ। ਸਾਰਿਆਂ ਦੇ ਦੇਵਤੇ ਝੂਠੇ ਆ, ਕਿਉਂਕਿ ਮੈਂ ਸਾਰਿਆਂ ਦੇ ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ। ਹਾਲੇ ਤੱਕ ਉਸਨੂੰ ਇੰਨਾ ਹੀ ਪਤਾ ਹੈ। ਜਿਸ ਲਈ ਉਸਨੇ ਅੱਗ ਦੇ ਵਿੱਚ ਉਸ ਜਿਉਂਦੇ ਨੂੰ ਦੇਖਿਆ ਤੇ ਉਹਨਾਂ ਨੂੰ ਜਿਉਂਦੇ ਦੇਖਿਆ ਜਿਹੜੇ ਉਹਦੇ ਤੇ ਵਿਸ਼ਵਾਸ ਕਰਦੇ ਆ, ਔਰ ਉਹ ਵੀ ਅੱਗ ਦੇ ਵਿੱਚ। ਤਾਂ ਫਿਰ ਉਹ ਕਹਿੰਦਾ ਪਿਆ ਕਿ ਤੁਹਾਡਾ ਪਰਮੇਸ਼ਰ, ਤੁਹਾਡਾ ਪਰਮੇਸ਼ਰ ਸਭ ਤੋਂ ਉੱਚਾ ਪਰਮੇਸ਼ਰ ਆ। ਔਰ ਅਸੀਂ ਉਸ ਤੋਂ ਬਾਅਦ ਪੜ੍ਹਦੇ ਹਾਂ, ਤਦ ਮੇਰਾ ਹੁਕਮ ਹੈ ਕਿ ਜੋ ਕੋਈ ਚਾਹੇ ਕਿਸੇ ਵੀ ਕੌਮ, ਜਾਤ ਅਤੇ ਭਾਸ਼ਾ ਦਾ ਹੋਵੇ, ਸਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ਰ ਦਾ ਅਪਮਾਨ ਕਰੇ ਤਾਂ ਉਸਦੇ ਟੋਟੇ ਟੋਟੇ ਕਰ ਦਿੱਤੇ ਜਾਣ, ਉਸਦੇ ਘਰ ਨੂੰ ਢਾਹ ਕੇ ਮਿੱਟੀ ਦੇ ਢੇਰ ਦੇ ਵਿੱਚ ਬਦਲ ਦਿੱਤਾ ਜਾਵੇ। ਕੋਈ ਦੂਜਾ ਦੇਵਤਾ ਨਹੀਂ ਹੈ ਜੋ ਇਸ ਤਰ੍ਹਾਂ ਬਚਾ ਸਕਦਾ ਹੈ। ਤਦ ਰਾਜਾ ਨਬੂਕਤਨਸਰ ਨੇ ਸਦਰਕ, ਮੇਸ਼ਕ ਅਤੇ ਅਬਦਨਗੋ ਨੂੰ ਪਹਿਲਾਂ ਤੋਂ ਵੀ ਉੱਚੇ ਪਦ ਆਪਣੇ ਸੂਬੇ ਦੇ ਵਿੱਚ ਦਿੱਤੇ। ਉਹਨੂੰ ਇੰਨਾ ਕੀ ਪਤਾ ਕਿ ਜਿਸ ਵੇਲੇ ਵੀ ਕੋਈ ਕੰਮ ਕੀਤਾ ਜਾਵੇ, ਜਾਂ ਟੋਟੇ ਟੋਟੇ ਕਰ ਦਿਓ, ਘਰ ਢਾਹ ਕੇ ਮਿੱਟੀ ਦੇ ਢੇਰ ਬਣਾ ਦਿਓ, ਇੰਨਾ ਕਿ ਉਹਨੂੰ ਆਉਂਦਾ। ਇਹ ਉਹਨੂੰ ਪਰਮੇਸ਼ਰ ਨੇ ਕਰਨ ਨੂੰ ਨਹੀਂ ਕਿਹਾ ਕਿ ਤੂੰ ਲੋਕਾਂ ਦੇ ਟੋਟੇ ਟੋਟੇ ਕਰ ਦੇ, ਉਹਨਾਂ ਦੇ ਮਿੱਟੀ ਦੇ ਢੇਰ ਬਣਾ ਦੇ। ਇਹ ਉਹਦਾ ਆਪਣਾ ਕੰਮ ਆ, ਇੰਨਾ ਕਿ ਉਹਨੂੰ ਵਿਚਾਰੇ ਨੂੰ ਆਉਂਦਾ ਹੈ। ਪ੍ਰਭੂ ਤਾਂ ਮਿੱਟੀ ਦੇ ਢੇਰਾਂ ਦੇ ਵਿੱਚੋਂ ਘਰ ਬਣਾਉਂਦਾ ਅਤੇ ਟੋਟੇ ਟੋਟੇ ਹੋਈ ਜ਼ਿੰਦਗੀ ਨੂੰ ਜੋੜ ਕੇ ਮੁੜ ਕੇ ਖੜੀ ਕਰ ਦਿੰਦਾ। ਪ੍ਰਭੂ ਯਿਸੂ ਤਾਂ ਇਸ ਕਰਕੇ ਆਇਆ।
ਮੈਨੂੰ ਨਹੀਂ ਪਤਾ ਇਸ ਵੇਲੇ ਤੁਹਾਡੀ ਅੱਗ ਦੀ ਭੱਠੀ ਕਿਹੜੀ ਆ, ਤੁਹਾਡੇ ਸਾਹਮਣੇ ਕਿਸ ਰਸਤੇ ਦੇ ਵਿੱਚ ਆ ਕੇ ਤੁਸੀਂ ਇਸ ਵੇਲੇ ਖੜੇ ਆ। ਇੱਕ ਰਸਤਾ ਆ ਜਿਹੜਾ ਦੇਖਣ ਨੂੰ ਬੜਾ ਸੌਖਾ ਲੱਗਦਾ ਪਿਆ, ਔਰ ਲੇਕਿਨ ਦੂਸਰੇ ਪਾਸੇ ਜਿਹੜਾ ਪ੍ਰਭੂ ਦਾ ਰਸਤਾ ਆ ਉਹ ਰਸਤਾ ਦਿਖਾਈ ਵੀ ਨਹੀਂ ਦੇ ਰਿਹਾ। ਪਰ ਚੋਇਸ ਸਿਰਫ ਇੰਨੀ ਆ ਜੋ ਇਹਨਾਂ ਤਿੰਨਾਂ ਨੇ ਕੀਤੀ, ਜੋ ਸਾਡੇ ਇਹਨਾਂ ਵਿਸ਼ਵਾਸੀ ਭਰਾਵਾਂ ਨੇ ਕੀਤੀ। ਆਪਣੇ ਭਰਾਵਾਂ ਤੋਂ ਅਸੀਂ ਸਿੱਖਦੇ ਹਾਂ ਕਿ ਤੇਰੀਆਂ ਇਹਨਾਂ ਗੱਲਾਂ ਦਾ ਅਸੀਂ ਕੋਈ ਜਵਾਬ ਨਹੀਂ ਦੇਵਾਂਗੇ। ਪਰ ਅਸੀਂ ਜਿਸ ਪ੍ਰਭੂ ਦੇ ਪਿੱਛੇ ਚੱਲਦੇ ਹਾਂ ਉਸ ਤੋਂ ਸਿਵਾਏ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਾਂਗੇ। ਤੇਰੇ ਇਸ ਦੇਵਤੇ ਨੂੰ ਅਸੀਂ ਮੱਥਾ ਨਹੀਂ ਟੇਕਾਂਗੇ, ਚਾਹੇ ਸਾਡਾ ਪ੍ਰਭੂ ਸਾਨੂੰ ਬਚਾਏ ਤੇ ਚਾਹੇ ਨਾ ਬਚਾਏ। ਪਰ ਕਦੀ ਹੋ ਨਹੀਂ ਸਕਦਾ, ਕਦੀ ਹੋ ਨਹੀਂ ਸਕਦਾ ਕਿ ਉਸ ਚੁਰਾਹੇ ਦੇ ਵਿੱਚ ਆ ਕੇ ਪ੍ਰਭੂ ਸਾਡੇ ਲਈ ਖੜਾ ਨਾ ਹੋਵੇ। ਚੁਰਾਹੇ ਦੀ ਅੱਗ ਸਭ ਤੋਂ ਭੈੜੀ ਅੱਗ ਹੁੰਦੀ ਆ। ਯਾਦ ਰੱਖੋ, ਉਹ ਫਿਰ ਉਸ ਚੁਰਾਹੇ ਦੇ ਵਿੱਚ ਪ੍ਰਭੂ ਆਉਂਦਾ, ਸਾਨੂੰ ਮਾਰਗ ਦਿਖਾਉਂਦਾ ਕਿ ਮਾਰਗ ਮੈਂ ਆ, ਮੇਰੇ ਨਾਲ ਚੱਲ। ਫਿਰ ਸਾਨੂੰ ਸਭ ਬੰਧਨਾਂ ਤੋਂ ਮੁਕਤ ਕਰਦਾ ਔਰ ਸਭ ਬੰਧਨ ਪਾਉਣ ਵਾਲਿਆਂ ਤੋਂ ਮੁਕਤ ਕਰਵਾਉਂਦਾ। ਪ੍ਰਭੂ ਸਾਡਾ ਇਸ ਯੋਗ ਆ, ਅਸੀਂ ਉਸ ਤੇ ਭਰੋਸਾ ਰੱਖ ਸਕਦੇ ਹਾਂ। ਅਸੀਂ ਉਸ ਤੇ ਭਰੋਸਾ ਰੱਖ ਸਕਦੇ ਹਾਂ। ਉਸ ਦੇ ਕੰਮ ਜਿਹੜੇ ਆ ਉਹ ਨਾ ਸਮੇਂ ਤੋਂ ਪਹਿਲਾਂ ਹੁੰਦੇ ਆ, ਨਾ ਸਮੇਂ ਤੋਂ ਬਾਅਦ ਹੁੰਦੇ ਆ, ਬਿਲਕੁਲ ਸਮੇਂ ਦੇ ਸਿਰ ਹੁੰਦੇ ਆ। ਇਹ ਯਾਦ ਰੱਖੋ। ਔਰ ਮੇਰੀ ਬੇਨਤੀ ਆ ਕਿ ਅਗਰ ਤੁਸੀਂ ਉਸ ਚੁਰਾਹੇ ਦੇ ਖੂੰਜੇ ਤੇ ਖੜੇ ਆ, ਉਸ ਮਾਰਗ ਤੇ ਇਸ ਵੇਲੇ ਖੜੇ ਆ ਕਿ ਤੁਹਾਨੂੰ ਚੁਣਨ ਦੇ ਲਈ ਮਜਬੂਰ ਕੀਤਾ ਜਾ ਰਿਹਾ, ਤਾਂ ਮੇਰੀ ਬੇਨਤੀ ਹੈ ਕਿ ਪ੍ਰਭੂ ਨੂੰ ਚੁਣੋ, ਕਿਉਂਕਿ ਉਹ ਇਸ ਤੇ ਕਾਬਲ ਆ, ਉਹ ਅਜੀਬ ਆ, ਉਹ ਪਰਮੇਸ਼ਵਰ ਆ ਜਿਹੜਾ ਉਹ ਅੱਗ ਦੀ ਭੱਠੀ ਦੇ ਵਿੱਚ ਸਾਡੇ ਨਾਲ ਖੜਾ ਹੋ ਸਕਦਾ। ਅਸੀਂ ਉਸ ਤੇ ਭਰੋਸਾ ਰੱਖ ਸਕਦੇ ਹਾਂ। ਆਮੇਨ। ਆਓ ਦੁਆ ਕਰੀਏ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ, ਤੇਰੀਆਂ ਬਰਕਤਾਂ ਦੇ ਲਈ, ਤੇਰੀ ਹਜ਼ੂਰੀ ਦੇ ਲਈ ਜਿਸ ਦੇ ਨਾਲ ਤੇਰਾ ਘਰ ਭਰਿਆ ਪਿਆ। ਆਪਣੀ ਮਹਾਨਤਾ ਦੇ ਵਿੱਚੋਂ ਤੂੰ ਸਾਡੇ ਤੇ ਕਿਰਪਾ ਕਰੀ। ਅਸੀਂ ਜੋ ਤੇਰੇ ਘਰ ਆਏ ਹਾਂ, ਤੇਰੀਆਂ ਬਰਕਤਾਂ ਦੇ ਨਾਲ ਭਰ ਕੇ ਅਸੀਂ ਤੇਰੇ ਘਰੋਂ ਜਾਈਏ, ਸਿਰਫ ਆਪਣੇ ਲਈ ਨਹੀਂ, ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਬਣੀਏ। ਪ੍ਰਭੂ ਜੀ, ਅਸੀਂ ਜੋ ਚੁਣਾਵ ਦੇ ਰਸਤੇ ਤੇ ਖੜੇ ਹਾਂ, ਸਾਨੂੰ ਚੁਣਨ ਦੀ ਤਾਕਤ ਦੇਈਂ ਕਿ ਅਸੀਂ ਤੈਨੂੰ ਚੁਣ ਸਕੀਏ। ਦੁਆ ਕਰਦੇ ਹਾਂ ਪ੍ਰਭੂ ਜੀ ਕਿ ਪਿਆਰੇ ਬਾਪ ਦੀ ਨਿਗਾਹਬਾਨੀ, ਪ੍ਰਭੂ ਯਿਸੂ ਦਾ ਸਾਥ ਔਰ ਪਵਿੱਤਰ ਆਤਮਾ ਦੀ ਭਰਪੂਰੀ ਸਾਡੇ ਨਾਲ ਨਾਲ ਤੇਰੇ ਘਰੋਂ ਜਾਏ ਔਰ ਸਾਨੂੰ ਤੇਰੇ ਵਿੱਚ ਬਣਾ ਕੇ ਰੱਖੇ। ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ। ਛੋਟਾ ਰਸਤਾ ਬਣ ਕੇ ਸਾਡੇ ਪੈਰਾਂ ਦੇ ਵਿੱਚ ਚੱਲੀ। ਸਾਡੇ ਸ਼ਬਦ ਔਰ ਪ੍ਰਭੂ ਜੀ ਸਾਡੇ ਕੰਮ ਦੂਸਰਿਆਂ ਦੇ ਲਈ ਬਰਕਤ ਦਾ ਕਾਰਨ ਹੋ। ਅਸੀਂ ਤੈਨੂੰ ਆਪਣੀ ਜ਼ਿੰਦਗੀ 'ਚ ਲੈਂਦੇ ਹਾਂ ਔਰ ਆਪਣੇ ਆਪ ਨੂੰ ਤੇਰੀ ਹਜ਼ੂਰੀ ਦੇ ਵਿੱਚ ਪੇਸ਼ ਕਰਦੇ ਹਾਂ, ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ। ਔਰ ਸਾਰੀ ਸੰਗਤ ਕਹੇ ਆਮੀਨ।